ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕੀ ਤੁਸੀਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਕਰ ਦਿੱਤਾ ਹੈ? ਜੇ ਨਹੀਂ ਤਾਂ ਹੁਣੇ ਹੀ ਤੁਰੰਤ youtube.com ਤੇ ਜਾ ਕੇ ਜਾਂ ਆਪਣੀ ਡਿਵਾਈਸ ਵਿੱਚ YouTube ਦੀ ਐਪ ਡਾਊਨਲੋਡ ਕਰਕੇ ਉਹਦੇ ਤੇ ਤੁਸੀਂ ਗੁਰਗਿਆਨ ਟੀਵੀ GURGYAN TV ਗੁਰਗਿਆਨ ਟੀਵੀ ਫਾਈਂਡ ਕਰਨਾ। ਉੱਥੇ ਤੁਹਾਨੂੰ ਇਹ ਲੋਗੋ ਦਿਖਾਈ ਦੇਗਾ। ਸਭ ਤੋਂ ਪਹਿਲਾਂ ਗੁਰਗਿਆਨ ਟੀਵੀ ਸਬਸਕ੍ਰਾਈਬ ਕਰ ਦੇਣਾ। ਰੋਜ਼ਾਨਾ ਇੱਕ ਵੀਡੀਓ ਅਪਲੋਡ ਹੁੰਦੀ ਹੈ। 35-40 ਮਿੰਟ ਤੁਸੀਂ ਗੁਰੂ ਦੇ ਪਿਆਰ ਵਿੱਚ ਬੈਠਣਾ ਹੈ, ਪਰਿਵਾਰ ਸਮੇਤ, ਬੱਚਿਆਂ ਸਮੇਤ, ਅਰਥਾਂ ਸਮੇਤ ਸਹਿਜ ਪਾਠ ਕਰਨਾ ਸਭ ਤੋਂ ਸੌਖਾ ਤਰੀਕਾ। ਗੁਰਗਿਆਨ ਟੀਵੀ ਤੇ ਤੁਹਾਨੂੰ ਪਲੇਲਿਸਟ ਮਿਲੇਗੀ SGGS ਸਹਿਜ ਪਾਠ ਵਿਦ ਮੀਨਿੰਗਸ। ਉਸ ਵਿੱਚੋਂ ਸ਼ੁਰੂ ਕਰੋ, ਨਿਤ ਲਾਹਾ ਲਓ, ਨਾਲੇ ਅਰਥ ਸਿੱਖੀਏ, ਗੁਰਮਤਿ ਦੇ ਸਿਧਾਂਤ ਪਤਾ ਲੱਗਣ, ਹੋਰਨਾਂ ਨੂੰ ਪ੍ਰੇਰਿਤ ਕਰੀਏ। ਤੁਹਾਡੇ ਮਿੱਤਰ, ਦੋਸਤ, ਰਿਸ਼ਤੇਦਾਰ, ਭੈਣ ਭਰਾਵਾਂ ਦੇ ਪਰਿਵਾਰ ਵਿੱਚ ਅਗਰ ਕੋਈ ਨਹੀਂ ਕਰ ਰਿਹਾ, ਉਹਨਾਂ ਨੂੰ ਪ੍ਰੇਰਿਤ ਕਰੀਏ। ਅਰਥਾਂ ਸਮੇਤ ਸਹਿਜ ਪਾਠ ਕਰੋ ਦੀ ਲਹਿਰ ਘਰ ਘਰ ਤੱਕ ਪਹੁੰਚਾਈਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਆਪਾਂ ਦੀਦਾਰ ਕਰ ਰਹੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 182 ਦੇ ਉੱਪਰ ਅੰਕਿਤ ਗੌੜੀ ਰਾਗ ਦੇ ਵਿੱਚ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦੇ ਸ਼ਬਦ ਚੱਲ ਰਹੇ ਨੇ। ਕੱਲ ਦੇ ਐਪੀਸੋਡ ਵਿੱਚ ਜੋ ਲਾਸਟ ਗੌੜੀ ਰਾਗ ਦਾ 88ਵਾਂ ਸ਼ਬਦ ਸੀ, ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ 19ਵਾਂ ਸ਼ਬਦ ਸੀ। ਉਸ ਵਿੱਚ ਸਤਿਗੁਰੂ ਜੀ ਦੱਸ ਰਹੇ ਸੀ ਕਿ ਹਰ ਕੋਈ ਉਲਝਣ ਤਾਣੀ ਦੇ ਵਿੱਚ ਉਲਝ ਕੇ ਰੱਬੀ ਮਾਰਗ ਤੇ ਤੁਰਨ ਤੋਂ, ਗੁਰੂ ਦੇ ਮਾਰਗ ਤੇ ਤੁਰਨ ਤੋਂ ਸਖਣਾ ਰਹਿ ਜਾਂਦਾ ਹੈ। ਅੱਜ ਦੇ ਸ਼ਬਦ ਵਿੱਚ ਦੱਸਣਗੇ ਕਿ ਉਹ ਕਿਉਂ ਉਲਝਦਾ ਹੈ। ਕਿਉਂਕਿ ਅੰਦਰ ਚੇਤਨਾ ਨਹੀਂ, ਅੰਦਰ ਸੋਝੀ ਨਹੀਂ। ਇੱਕ ਹੁੰਦਾ ਸਰੀਰ ਦਾ ਸੌਣਾ ਤੇ ਸਰੀਰ ਦਾ ਜਾਗਣਾ। ਇੱਕ ਹੁੰਦਾ ਸੁਭਾਅ ਦਾ ਸੌਂ ਜਾਣਾ, ਸੋਚ ਦਾ ਸੌਂ ਜਾਣਾ, ਸੋਚ ਦਾ ਜਾਗਣਾ, ਸੁਭਾਅ ਦਾ ਜਾਗਣਾ। ਅੱਜ ਦੇ ਇਸ ਸ਼ਬਦ ਵਿੱਚ ਸਤਿਗੁਰੂ ਜੀ ਦੱਸਦੇ ਨੇ ਕਿ ਸੋਚ ਸੁਭਾਅ ਦੇ ਲੈਵਲ ਤੇ ਮਨੁੱਖ ਕਿੱਦਾਂ ਸੁੱਤਾ ਰਹਿ ਜਾਂਦਾ ਸਾਰੀ ਜ਼ਿੰਦਗੀ। ਜਿਹਨੂੰ ਗੁਰੂ ਪਾਤਸ਼ਾਹ ਕਹਿੰਦੇ ਨੇ ਨਾ, ਜਾਗ ਲਿਹੋ ਰੇ ਮਨਾ, ਜਾਗ ਲਿਹੋ ਕਹਾਂ ਗਾਫਲ ਸੋਇਆ। ਉਹ ਜਾਗਣਾ ਕਿਉਂ ਕਿਹਾ ਜਾਂਦਾ? ਕਿਉਂਕਿ ਅੰਦਰੋਂ ਸੁੱਤਾ ਹੋਇਆ। ਉਹਦੀਆਂ ਨਿਸ਼ਾਨੀਆਂ ਦੱਸ ਰਹੇ ਨੇ, ਆਓ ਸਿੱਖਣ ਦਾ ਯਤਨ ਕਰੀਏ ਜੀ। ਗੌੜੀ ਗੁਆਰੇਰੀ ਮਹੱਲਾ ਪੰਜਵਾਂ। ਗੌੜੀ ਰਾਗ ਗੁਆਰੇ ਦੀ ਕਿਸਮ। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ 20ਵਾਂ ਸ਼ਬਦ, ਗੌੜੀ ਰਾਗ ਦਾ 99ਵਾਂ ਸ਼ਬਦ 89th। ਨੈਣੋ ਨੀਂਦ ਪਰ ਦ੍ਰਿਸ਼ਟ ਬੇਕਾਰ। ਅੱਖਾਂ ਦੇ ਨਾਲ ਰੰਗ ਤਮਾਸ਼ੇ, ਰੂਪ ਰਸ, ਬੇਕਾਰੀ ਦ੍ਰਿਸ਼ਟੀ। ਇਹ ਸੁਭਾਅ ਸੁੱਤਾ ਹੋਇਆ, ਆਖੋ ਵਾਹਿਗੁਰੂ। ਸੋਚ ਸੁੱਤੀ ਹੋਈ ਹੈ। ਇਹਦੀ ਸੋਝੀ ਰੂਪੀ ਅੱਖਾਂ ਨੂੰ ਨੀਂਦ ਆਈ ਹੋਈ, ਆਖੋ ਵਾਹਿਗੁਰੂ। ਸ਼ਰਾਵਣ ਸੋਏ ਸੁਣ ਨਿੰਦ ਵਿਚਾਰ। ਜਦੋਂ ਕੰਨਾਂ ਨਾਲ ਨਿੰਦਾ ਸੁਣਦਾ ਹੈ ਨਾ, ਬੜਾ ਰਸ ਬਣਦਾ ਹੈ, ਬੜਾ ਚੰਗਾ ਲੱਗਦਾ ਇਹਨੂੰ। ਐਕਚੁਅਲੀ ਇਹਦੀ ਸੁਰਤ ਸੁੱਤੀ ਹੋਈ ਹੈ। ਉਹ ਜਿਹੜੀ ਸੁਰਤ ਦੇ ਵਿੱਚ ਸੁਣਨ ਦੀ ਸ਼ਕਤੀ ਹੈ ਨਾ, ਜਿਹਨੂੰ ਸ਼ਰਵਣ ਕਿਹਾ, ਉਸ ਲੈਵਲ ਤੇ ਸੁੱਤਾ ਹੋਇਆ, ਆਖੋ ਵਾਹਿਗੁਰੂ। ਇੱਥੇ ਇਹ ਗੱਲ ਯਾਦ ਰੱਖਿਓ, ਜਿੱਥੇ ਵੀ ਨਿੰਦਾ ਹੁੰਦੀ ਹੈ, ਨਿੰਦਾ ਇੱਕ ਐਸਾ ਰੇਡੀਓ ਸਟੇਸ਼ਨ ਹੈ ਜਿੱਥੇ ਹਮੇਸ਼ਾ ਪਿੱਠ ਪਿੱਛੇ ਹੀ ਚਰਚਾ ਹੁੰਦੀ ਹੈ, ਮੂੰਹ ਤੇ ਨਹੀਂ। ਨੰਬਰ 1। ਨੰਬਰ 2, ਇਹ ਗੱਲ ਯਾਦ ਰੱਖਿਓ, ਜਿਹੜਾ ਕਿਸੇ ਦੀ ਨਿੰਦਾ ਕਰਦਾ ਹੈ ਉਹ ਤੁਹਾਡੀ ਵੀ ਕਰਦਾ, ਆਖੋ। ਜਦੋਂ ਅਸੀਂ ਕਿਸੇ ਕੋਲ ਨਿੰਦਾ ਕਰਦੇ ਹਾਂ, ਉਹ ਸੁਣਦਾ ਹੈ ਤਾਂ ਕਦੀ ਸਾਡੀ ਵੀ ਸੁਣਦਾ, ਆਖੋ ਵਾਹਿਗੁਰੂ। ਨਿੰਦਾ ਦਾ ਰਸ ਕੰਨਾਂ ਦੇ ਲੈਵਲ ਤੇ ਸੁੱਤਾ ਹੋਇਆ।
ਰਸਨਾ ਸੋਈ ਲੋਭ ਮੀਠੈ ਸਾਧ, ਰਸਨਾ ਸੁਰਤ। ਲੋਭ ਲਾਲਚ ਦੇ ਵਿੱਚ ਝੂਠ ਬੋਲੇਗੀ, ਝੂਠ ਦਾ ਸਹਾਰਾ ਲੈ ਕੇ ਪੈਸਾ ਕਮਾਵੇਗੀ। ਸਮਝ ਲਓ ਜੀਭ ਵੀ ਸੁੱਤੀ ਹੋਈ ਹੈ, ਰਸਨਾ ਸੁੱਤੀ ਹੋਈ ਹੈ। ਦੂਸਰਾ, ਰਸਨਾ ਸੋਈ ਲੋਭ ਮੀਠੈ ਸਾਧ। ਦੁਨਿਆਵੀ ਖਾਣ ਪੀਣ ਦੇ ਸਵਾਦ ਚਸਕੇ ਉਹਨੂੰ ਮਿੱਠੇ ਲੱਗਦੇ ਨੇ, ਚੰਗੇ ਲੱਗਦੇ ਨੇ। ਇਹਦਾ ਮਤਲਬ ਇਹ ਨਹੀਂ ਕਿ ਸਵਾਦਲਾ ਭੋਜਨ ਨਹੀਂ ਖਾਣਾ, ਖਾਣਾ ਹੈ, ਪਰ ਨਾਲ ਪਰਖਣਾ ਹੈ। ਜੇ ਤੈਨੂੰ ਮਿੱਠੇ ਰਸ, ਮਿੱਠੇ ਭੋਜਨ ਡਾਇਬਟੀਜ਼ ਪੈਦਾ ਕਰ ਰਹੇ ਨੇ, ਫਿਰ ਤੂੰ ਹਲੇ ਵੀ ਸੁੱਤਾ ਹੋਇਆ ਆਖੋ ਵਾਹਿਗੁਰੂ। ਜੇ ਚਟਪਟੇ ਖਾਣੇ ਕੋਲੈਸਟਰੋਲ ਵਧਾ ਰਹੇ ਨੇ, ਤੈਨੂੰ ਹਲੇ ਵੀ ਚੰਗੇ ਲੱਗਦੇ ਨੇ, ਸੁੱਤਾ ਹੋਇਆ। ਦੁਨਿਆਵੀ ਖਾਣੇ ਪੀਣੇ ਦੇ ਰਸਾਂ ਦੇ ਵਿੱਚ ਸਿਹਤ ਵਿਗਾੜ ਲੈਣੀ, ਬਿਮਾਰੀਆਂ ਲਾ ਲੈਣੀਆਂ, ਓਵਰਵੇਟਡ ਹੋ ਜਾਣਾ, ਸਰੀਰ ਕਮਜ਼ੋਰ ਕਰ ਲੈਣਾ, ਜ਼ਬਾਨ ਵੀ ਸੌਂ ਗਈ ਆਖੋ ਵਾਹਿਗੁਰੂ। ਕਿਉਂ? ਕਿਉਂਕਿ ਸੁਭਾਅ ਸੁੱਤਾ ਹੋਇਆ, ਸੋਚ ਸੁੱਤੀ ਹੋਈ ਹੈ, ਅੰਦਰ ਚੇਤਨਾ ਨਹੀਂ, ਅੰਦਰ ਸੋਝੀ ਨਹੀਂ, ਅੰਦਰ ਜਾਗ੍ਰਿਤੀ ਨਹੀਂ। ਮਨ ਸੋਇਆ ਮਾਇਆ ਬਿਸਮਾਦ, ਮਨ ਸੌਂ ਗਿਆ, ਮਾਇਆ ਰੌਂਗ ਅਟੈਂਸ਼ਨ, ਗਲਤ ਪਾਸੇ ਦੀ ਖਿੱਚ। ਅਸਲੀ ਮਾਰਗ ਵਾਲੇ ਪਾਸੇ ਤੁਰਨ ਤੋਂ ਮਨ ਘਬਰਾਉਂਦਾ ਹੈ, ਕਹਿੰਦਾ ਮੈਥੋਂ ਨਹੀਂ ਹੋਣਾ, ਮੈਂ ਨਹੀਂ ਕਰ ਸਕਦਾ, ਨਾ ਨਾ ਨਾ, ਮੇਰੇ ਕੋਲ ਟਾਈਮ ਨਹੀਂ। ਦੂਸਰੇ ਪਾਸੇ ਅੱਧੀ ਰਾਤ ਨੂੰ ਵੀ ਟਾਈਮ ਕੱਢ ਸਕਦਾ ਆਖੋ ਵਾਹਿਗੁਰੂ। ਆਪਣੇ ਲਈ ਲੋੜ ਪਵੇ ਤਾਂ ਸੋਚਦਾ ਹਰ ਕੋਈ ਮੇਰੇ ਲਈ ਅੱਧੀ ਰਾਤ ਨੂੰ ਵੀ ਕੰਮ ਕਰੇ। ਕਿਸੇ ਲਈ ਕਰਨਾ ਹੋਵੇ ਕਹਿੰਦਾ ਮੈਂ ਸੋਣਾ ਨਹੀਂ, ਮੇਰੇ ਕੋਲ ਇਹ ਨਹੀਂ ਕਰ ਸਕੇ ਕਿਸੇ ਲਈ। ਮਨ ਸੁੱਤਾ ਹੋਇਆ ਆਖੋ। ਅਸਚਰਜ ਤਰੀਕੇ ਨੇ, ਅਸਚਰਜ ਕੌਤਕ ਨੇ ਇਹ ਮਨ ਨੂੰ, ਅੱਖਾਂ ਨੂੰ, ਜੀਭ ਨੂੰ, ਕੰਨਾਂ ਨੂੰ ਗਫਲਤਾ ਦੀ, ਨਾ ਸਮਝੀ ਦੀ ਨੀਂਦ ਜੋ ਮਿਲਦੀ ਹੈ ਨਾ, ਅਸਚਰਜ ਕੌਤਕ ਨੇ ਮੇਰੇ ਵਾਹਿਗੁਰੂ ਜੀ ਦੇ, ਉਹਦੇ ਨਿਜ਼ਮ ਵਿੱਚ, ਕੁਦਰਤ ਵਿੱਚ। ਗੁਰਬਾਣੀ ਦੀਆਂ ਸਿੱਖਿਆਵਾਂ ਦੀ ਸੋਝੀ ਨੇ ਇਹ ਸਭ ਕੁਝ ਦਿਖਾ ਦੇਣਾ। ਨਾ ਸਮਝੀ ਵਿੱਚ ਅਗਿਆਨਤਾ ਦਾ ਹਨੇਰਾ ਹੈ, ਪਤਾ ਹੀ ਨਹੀਂ ਲੱਗਦਾ, ਮਨੁੱਖ ਇਹਦੇ 'ਚ ਉਲਝਿਆ ਹੋਇਆ ਜੀਵਨ ਬਤੀਤ ਕਰੀ ਜਾ ਰਿਹਾ। ਇਸ ਗ੍ਰਹਿ ਮੈਂ ਕੋਈ ਜਾਗਤ ਰਹਿ, ਬਿਰਲੇ ਨੇ ਜਿਹੜੇ ਸੁਭਾਅ ਰੂਪੀ ਘਰ ਵਿੱਚ, ਸੋਚ ਦੇ ਘਰ ਵਿੱਚ ਅੰਦਰੋਂ ਜਾਗੇ ਹੋਏ ਸੁਚੇਤ ਨੇ ਆਖੋ ਵਾਹਿਗੁਰੂ। ਉਹਨਾਂ ਨੂੰ ਗੁਰੂ ਦੇ ਮਾਰਗ ਲਈ ਆਪਾ ਵਾਰਨਾ ਸੌਖਾ ਲੱਗਦਾ ਹੈ, ਰੱਬੀ ਮਿਸ਼ਨ ਤੇ ਤੁਰਨਾ ਸੌਖਾ ਲੱਗਦਾ ਹੈ। ਉਹ ਦੁਨਿਆਵੀ ਕਾਰੋਬਾਰ ਕਰਦੇ ਨੇ, ਪਰਿਵਾਰ ਚਲਾਉਂਦੇ ਨੇ, ਪਰ ਉਲਝਦੇ ਨਹੀਂ ਆਖੋ ਵਾਹਿਗੁਰੂ। ਜਿਹੜੇ ਅੰਦਰੋਂ ਸੁਚੇਤ ਹੁੰਦੇ ਨੇ, ਗੁਰੂ ਦੇ ਉਪਦੇਸ਼ ਨੇ ਜਿਨ੍ਹਾਂ ਨੂੰ ਅੰਦਰੋਂ ਜਗਾ ਦਿੱਤਾ ਹੈ, ਸਾਬਤ ਵਸਤ ਉਹ ਆਪਣੀ ਲਹਿ ਰਹਾਓ, ਉਹ ਅੰਦਰਲੀ ਵਸਤੂ ਨੂੰ ਸਾਬਤ ਰੱਖਦੇ ਨੇ, ਬਣਾ ਕੇ ਰੱਖਦੇ ਨੇ। ਜਿਹੜਾ ਕਹਿੰਦਾ ਨਾ ਮੇਰੇ ਕੋਲ ਪਰਉਪਕਾਰ ਕਰਨ ਦਾ ਟਾਈਮ ਨਹੀਂ, ਬਈ ਬਹੁਤ ਔਖਾ ਵੀ, ਲੋਕ ਇੱਦਾਂ ਕਰਦੇ, ਇੱਦਾਂ ਕਰਦੇ, ਇਹਦਾ ਮਤਲਬ ਪਰਉਪਕਾਰ ਕਰਨ ਦਾ ਗੁਣ ਸਾਬਤ ਨਹੀਂ ਰੱਖ ਸਕਿਆ, ਅੰਦਰੋਂ ਘਟ ਗਿਆ, ਮਿਟ ਗਿਆ, ਚਲਿਆ ਗਿਆ। ਜਿਹੜਾ ਸਵਾਰਥੀ ਹੈ, ਲੋਭੀ ਹੈ, ਗਲਤ ਤਰੀਕੇ ਨਾਲ ਪੈਸੇ ਕਮਾਉਂਦਾ ਹੈ, ਝੂਠ ਬੋਲ ਕੇ ਪੈਸੇ ਕਮਾਉਂਦਾ ਹੈ, ਉਹ ਸਬਰ ਸੰਤੋਖ ਦੀ ਵਸਤੂ ਨੂੰ ਗਵਾ ਗਿਆ ਆਖੋ ਵਾਹਿਗੁਰੂ। ਰੱਖ ਨਹੀਂ ਸਕਿਆ, ਅੰਦਰ ਸੰਭਾਲ ਨਹੀਂ ਸਕਿਆ, ਕਿਉਂਕਿ ਅੰਦਰੋਂ ਸੁੱਤਾ ਹੋਇਆ। ਵਿਰਲੇ ਨੇ ਜਿਹੜੇ ਅੰਦਰੋਂ ਜਾਗੇ ਨੇ, ਤੇ ਉਹ ਅੰਦਰੋਂ ਆਪਣੀ ਵਸਤੂ ਨੂੰ ਸਾਬਤ ਰੱਖਦੇ ਨੇ, ਸੰਭਾਲ ਕੇ ਰੱਖਦੇ ਨੇ। ਇਹ ਰਹਾਉ ਹੈ ਸੈਂਟਰਲ ਆਈਡੀਆ ਸ਼ਬਦ ਦਾ। ਸਗਲ ਸਹੇਲੀ ਆਪਣੇ ਰਸ ਮਾਤੀ, ਮਨਮੁਖ ਜਿਹੜਾ ਜੀਵਨ ਹੈ ਨਾ, ਉਹਦਾ ਮਨ, ਉਹ ਮਨ ਦੀ ਸਹੇਲੀਆਂ ਕੌਣ ਹੈ? ਗਿਆਨ ਇੰਦਰੀਆਂ, ਅੱਖਾਂ, ਕੰਨ, ਨੱਕ, ਜ਼ੁਬਾਨ। ਹਰ ਗਿਆਨ ਇੰਦਰੀ ਆਪਣੇ ਆਪਣੇ ਰਸ ਵਿੱਚ ਮਸਤ ਬੈਠੀ ਹੈ। ਅੱਖਾਂ ਨੂੰ ਰੂਪ ਰਸ ਚਾਹੀਦਾ ਹੈ, ਕੰਨਾਂ ਨੂੰ
ਸੰਗੀਤ ਰਸ ਚਾਹੀਦਾ, ਜ਼ਬਾਨ ਨੂੰ ਝੂਠ ਨਿੰਦਾ ਦਾ ਰਸ ਚਾਹੀਦਾ। ਇਸ ਮਨ ਦੀਆਂ ਸਹੇਲੀਆਂ ਸਗਲ ਸਹੇਲੀ, ਆਪਣਾ ਰਸ ਮਾਤੀ ਆਪਣੇ ਆਪਣੇ ਰਸ ਵਿੱਚ ਮਸਤ ਹੋ ਗਈ, ਅੱਗੀ ਗਈ ਗ੍ਰਹਿ ਆਪਣੇ ਕੀ ਖਬਰ ਨਾ ਜਾਤੀ। ਇਹਨੂੰ ਆਪਣੇ ਸੁਭਾਅ ਦੀ ਸੋਝੀ ਨਹੀਂ, ਖਬਰ ਨਹੀਂ, ਸਮਝ ਨਹੀਂ, ਅੰਦਰੋਂ ਬਹੁਤ ਕੁਝ ਗਵਾ ਰਹੀ ਹੈ। ਇਹਦਾ ਸੁਭਾਅ ਮਨਮੁਖ ਬਣਦਾ ਜਾ ਰਿਹਾ ਹੈ, ਇਹਦੀ ਸੋਚ ਮਨਮਤ ਬਣਦੀ ਜਾ ਰਹੀ ਹੈ। ਕਿੱਥੇ ਗੁਰੂ ਪਾਤਸ਼ਾਹ ਦਾ ਵਿਰਸਾ, ਕਿੱਥੇ ਗੁਰੂ ਕੇ ਗੁਰਸਿੱਖਾਂ ਦਾ ਵਿਰਸਾ, ਕਿੱਥੇ ਇਹ ਸੁਭਾਅ ਮਨਮੁਖ ਸੁਭਾਅ ਤੇ ਮਨਮਤ ਵਾਲੀ ਸੋਚ। ਇਹਦੇ ਅੰਦਰ ਜੋ ਵਾਪਰ ਰਿਹਾ ਇਹਨੂੰ ਪਤਾ ਨਹੀਂ ਲੱਗ ਰਿਹਾ। ਮੁਸਨਹਾਰੇ ਪੰਜ ਬਟਵਾਰੇ, ਪੰਜ ਵਿਕਾਰ ਇਹਨੂੰ ਅੰਦਰੋਂ ਠੱਗੀ ਜਾਂਦੇ ਨੇ। ਬਟਵਾਰੇ ਹੁੰਦਾ ਰਾਹ ਜਾਂਦੇ ਨੂੰ ਰੋਕ ਲੈਣਾ, ਸ਼ਰੇਆਮ ਲੁੱਟਣਾ। ਆਖੋ ਵਾਹਿਗੁਰੂ। ਲੁੱਟ ਰਹੇ ਨੇ ਅੰਦਰੋਂ ਗੁਣਾਂ ਨੂੰ, ਬਖਸ਼ਿਸ਼ਾਂ ਨੂੰ। ਅੰਦਰ ਬਖਸ਼ਿਸ਼ ਨਹੀਂ ਰਹੀ, ਅੰਦਰ ਪਰਉਪਕਾਰ ਦੀ ਬਿਰਤੀ ਨਹੀਂ ਰਹੀ, ਅੰਦਰ ਸਬਰ ਸੰਤੋਖ ਨਹੀਂ ਰਿਹਾ, ਅੰਦਰ ਲਗਨ ਨਹੀਂ ਰਹੀ, ਜਜ਼ਬਾ ਨਹੀਂ ਰਿਹਾ, ਸਿਦਕ ਨਹੀਂ, ਅਡੋਲਤਾ ਨਹੀਂ। ਸੁਨੇ ਨਗਰ ਪਰੇ ਠਗਹਾਰੇ, ਅੰਦਰੋਂ ਸੁੰਨਾ ਹੋ ਗਿਆ। ਆਖੋ ਵਾਹਿਗੁਰੂ। ਤੇ ਸੁੰਨੇ ਨਗਰ ਨੂੰ ਠੱਗਾਂ ਨੇ ਲੁੱਟ ਲਿਆ। ਜਿਸ ਘਰ ਵਿੱਚ ਕੋਈ ਹੁੰਦਾ ਹੈ ਨਾ, ਉਸ ਘਰ ਵਿੱਚ ਠੱਗ ਨਹੀਂ ਵੜਦਾ। ਜਿਹੜਾ ਘਰ ਸੁੰਨਾ ਹੁੰਦਾ ਨਾ, ਠੱਗ ਉਸ ਨੂੰ ਲੁੱਟ ਲੈਂਦਾ ਹੈ। ਹਿਰਦੇ ਦਾ ਘਰ, ਮਤ ਦਾ ਘਰ, ਸੁਭਾਅ ਦਾ ਘਰ ਸੁੰਨਾ ਹੋ ਗਿਆ, ਵਿਕਾਰਾਂ ਨੇ ਲੁੱਟ ਲਿਆ। ਹੁਣ ਤੇ ਰੱਖੈ ਬਾਪ ਨਾ ਮਾਈ। ਜੇ ਅੰਦਰੋਂ ਜਿਹੜਾ ਲੁੱਟਿਆ ਜਾਂਦਾ ਨਾ ਮਾਂ ਵਿਚਾਰੀ ਉੱਥੇ ਕੁਝ ਕਰ ਸਕਦੀ ਹੈ, ਨਾ ਬਾਪ, ਉਹਦੀ ਕੋਈ ਰੱਖਿਆ ਨਹੀਂ ਕਰ ਸਕਦਾ। ਹੁਣ ਤੇ ਰੱਖੈ ਮੀਤ ਨਾ ਭਾਈ। ਜਿਹੜਾ ਨਿੰਦਾ ਦੇ ਰਸ ਵਿੱਚ, ਨਫ਼ਰਤ ਕਰਨ ਦੀ ਆਦਤ ਵਿੱਚ, ਜੈਲਸ ਹੋਣ ਦੀ ਆਦਤ ਦੇ ਵਿੱਚ, ਈਰਖਾ ਨਫ਼ਰਤ ਸਾੜੇ ਦੀ ਆਦਤ ਦੇ ਵਿੱਚ ਅੰਦਰੋਂ ਉਹਦੇ ਗੁਣ ਲੁੱਟੇ ਜਾ ਰਹੇ ਨੇ। ਨਾ ਕੋਈ ਮਿੱਤਰ ਨਾ ਭਰਾ ਉੱਥੇ ਕੁਛ ਨਹੀਂ ਮਦਦ ਕਰ ਸਕਦਾ, ਕਿਉਂਕਿ ਮਿੱਤਰ ਭਰਾ ਕੀ ਕਰਨਗੇ? ਉਹ ਤਾਂ ਸਮਝਾਉਣਗੇ, ਉਹ ਸਮਝਣਾ ਨਹੀਂ ਚਾਹੁੰਦਾ। ਆਖੋ ਵਾਹਿਗੁਰੂ। ਉਹ ਸਿਖਾਉਣਗੇ, ਉਹ ਸਿੱਖਣਾ ਨਹੀਂ ਚਾਹੁੰਦਾ। ਸਿੱਖਣ ਦੀ ਪ੍ਰਵਿਰਤੀ ਪੈਦਾ ਕਰਨੀ ਪਵੇਗੀ। ਆਖੋ ਵਾਹਿਗੁਰੂ। ਇਹ ਸਿੱਖਿਆ ਹਰ ਥਾਂ ਤੋਂ ਨਹੀਂ ਮਿਲਦੀ ਹੁੰਦੀ। ਬਹੁਤ ਕੁਛ ਐਸਾ ਹੈ ਜਿਹੜੀ ਸਿੱਖਿਆ ਵਾਸਤੇ ਅੱਜ ਗੁਰਬਾਣੀ ਦੇ ਅਰਥ ਸਿੱਖਣੇ ਹੋਣ ਤਾਂ ਤੁਹਾਡੇ ਕੋਲ ਕਿੰਨੇ ਕੁ ਸੋਰਸਿਸ ਨੇ, ਕਿਤੇ ਕਿਤੇ ਜਾ ਕੇ ਸਿੱਖੋਗੇ, ਕਿੰਨੇ ਕੁ ਨੇ। ਚਲੋ ਅਰਥ ਤਾਂ ਤੁਸੀਂ ਸਟੀਕ 'ਚੋਂ ਪੜ੍ਹ ਲਓਗੇ, ਉਹਦੇ ਕਨਸੈਪਟ ਸਮਝਣੇ, ਉਹਦੀਆਂ ਰਮਜ਼ਾਂ ਸਮਝਣੀਆਂ, ਕਹਾਵਤਾਂ ਨੂੰ ਸਮਝਣਾ, ਕਿਤੇ ਜਾਓਗੇ, ਕਿੰਨੇ ਕੁ ਨੇ ਪਲੇਟਫਾਰਮ ਤੁਹਾਡੇ ਕੋਲੇ। ਇੱਕ 5 ਸਾਲ ਦਾ ਬੱਚਾ ਤੁਹਾਡੇ ਘਰ, ਇੱਕ 10 ਸਾਲ ਦਾ ਬੱਚਾ ਹੈ, ਇੱਕ 15 ਸਾਲ ਦਾ ਬੱਚਾ ਹੈ। 5 ਸਾਲ ਦੇ ਬੱਚੇ ਨੂੰ ਗੁਰਮਤ ਦਾ ਕਿਹੜਾ ਸਿਲੇਬਸ ਪੜ੍ਹਾਇਆ ਜਾਵੇ, 10 ਸਾਲ ਦੇ ਬੱਚੇ ਨੂੰ ਕਿਹੜੀਆਂ ਗੱਲਾਂ ਗੁਰਮਤ ਦੀਆਂ ਸਿਖਾਈਆਂ ਜਾਣ, 15 ਸਾਲ ਦੇ ਬੱਚੇ ਨੂੰ ਕਿਹੜੀ ਸਿੱਖਿਆ ਦਿੱਤੀ ਜਾਵੇ ਗੁਰਬਾਣੀ ਦੀ, ਤਾਂ ਉਹਦੇ ਵਾਸਤੇ ਸਾਡੇ ਕੋਲੇ ਸਿਲੇਬਸ, ਪਲੇਟਫਾਰਮ, ਟੀਚਰ ਕਿੰਨੇ ਕੁ ਨੇ। ਸਿੱਖਣ ਦੀ ਪ੍ਰਵਿਰਤੀ ਨਾ ਆਈ ਤਾਂ ਸਿੱਖਣਾ ਹੀ ਨਹੀਂ ਚਾਹੁੰਦਾ। ਆਖੋ ਵਾਹਿਗੁਰੂ। ਜਿਹੜਾ ਸਿੱਖਣਾ ਹੀ ਨਹੀਂ ਚਾਹੁੰਦਾ, ਉਹਨੂੰ ਮਿੱਤਰ ਭਰਾ ਕੀ ਕਰੇਗਾ। ਦਰਬ ਸਿਆਣਪ ਨਾ ਹੋਏ ਰਹਤੇ, ਪੈਸਾ ਸਿਆਣਪ ਇਸ ਪਾਸੇ ਕੰਮ ਨਹੀਂ ਦਿੰਦੇ। ਆਖੋ ਵਾਹਿਗੁਰੂ। ਕੋਈ ਕਵੇ ਨਾ ਮੈਂ ਇਹਦੇ ਤੇ ਲੱਖ ਰੁਪਈਆ ਖਰਚ ਕਰਦੇ ਆ ਸਾਡੇ ਪਰਿਵਾਰ ਦਾ ਆਹ ਮੈਂਬਰ, ਕੋਈ ਵੀ ਹੋ ਸਕਦਾ ਹੈ, ਉਹ ਪੁੱਤ ਹੋ ਸਕਦਾ ਹੈ, ਧੀ ਹੋ ਸਕਦੀ ਹੈ, ਉਹ ਪਤਨੀ ਹੋ ਸਕਦੀ ਹੈ, ਉਹ ਪਤੀ ਹੋ ਸਕਦਾ ਹੈ, ਉਹ ਮਾਂ ਹੋ ਸਕਦੀ ਹੈ, ਉਹ ਬਾਪ ਹੋ ਸਕਦਾ ਹੈ, ਉਹ ਭਰਾ ਵੀ ਹੋ ਸਕਦਾ ਹੈ ਜਾਂ ਭਰਜਾਈ ਹੋ ਸਕਦੀ ਹੈ। ਵੀ ਸਾਡੇ ਪਰਿਵਾਰ ਦੇ ਇਸ ਮੈਂਬਰ ਨੂੰ ਜੈਲਸ ਹੋਣ ਦੀ ਬੜੀ ਆਦਤ ਹੈ, ਬਹੁਤ ਛੇਤੀ ਜੈਲਸ ਹੋ ਜਾਂਦੇ। ਇਹ ਜੀ ਨਿੰਦਾ ਕਰਨ ਦੀ ਬੜੀ ਆਦਤ ਹੈ ਇਹਨੂੰ, ਹਰ ਇੱਕ ਦੀ ਨਿੰਦਾ ਕਰਦੇ। ਇਹਨੂੰ ਨਫ਼ਰਤ ਕਰਨ ਦੀ ਬੜੀ ਆਦਤ ਹੈ ਜੀ, ਇਹਨੂੰ ਚੁਗਲੀਆਂ ਕਰਨ ਦੀ ਬੜੀ ਆਦਤ ਹੈ ਜੀ। ਮੈਂ ਲੱਖ ਰੁਪਈਆ ਖਰਚ ਕਰ ਦਿਆਂਗਾ, ਇਹਦੀ ਆਦਤ ਬਦਲ ਦਿਓ। ਸਤਿਗੁਰੂ ਕਹਿੰਦੇ ਦਰਬ ਸਿਆਣਪ ਨਾ ਹੋਏ ਰਹਤੇ। ਇੱਥੇ ਦਰਬ ਪੈਸਾ ਕੰਮ ਨਹੀਂ ਕਰੇਗਾ, ਨਾ ਸਿਆਣਪ ਕੰਮ ਕਰੇਗੀ। ਇੱਕ ਹੱਲ ਹੈ ਇਹਦਾ, ਸਾਧ ਸੰਗ ਹੋਏ ਦੁਸ਼ਟ ਵਸ ਹੋਤੇ, ਗੁਰੂ ਦਾ ਸੰਗ ਕਰੇ, ਗੁਰੂ ਦੀ ਗੁਰਬਾਣੀ ਦੇ ਸਿਧਾਂਤਾਂ ਨੂੰ ਸਮਝੇ, ਗੁਰਬਾਣੀ ਦੀਆਂ ਸਿੱਖਿਆਵਾਂ ਨੂੰ ਸਮਝੇ, ਤਾਂ ਇਹ ਜਿਹੜੀਆਂ ਬੁਰੀਆਂ ਆਦਤਾਂ ਅੰਦਰ ਦੁਸ਼ਟ ਬੈਠੇ ਨੇ ਨਾ, ਇਹ ਵਸ ਵਿੱਚ ਆ ਸਕਦੇ ਨੇ। ਆਖੋ ਵਾਹਿਗੁਰੂ। ਸਾਡੀਆਂ ਦੋ ਕਮਜ਼ੋਰੀਆਂ, ਇੱਕ ਤੇ ਅਸੀਂ ਸਿੱਖਣ ਨਹੀਂ ਤੁਰੇ,
ਸਿੱਖਣ ਵਾਲੇ ਪਾਸੇ, ਵਿਰਸੇ ਨੂੰ ਪੜ੍ਹਨ ਵਾਲੇ ਪਾਸੇ ਸਾਡੀ ਰੁਚੀ ਬਹੁਤ ਘੱਟ ਰਹੀ। ਸ਼ਾਇਦ ਉਹਦਾ ਕਾਰਨ ਇਹ ਹੈ ਕਿ ਪਿੰਡਾਂ ਦੇ ਵਿੱਚ ਅਨਪੜ੍ਹਤਾ ਸੀ। ਅਨਪੜ੍ਹਤਾ ਦੇ ਕਲਚਰ ਵਿੱਚੋਂ ਅਸੀਂ ਆਏ, ਸਕੂਲ ਕਾਲਜ ਤਾਂ ਪੜ੍ਹ ਗਏ, ਵਿਰਸਾ ਪੜ੍ਹਨ ਦੀ ਆਦਤ ਨਾ ਬਣੀ। ਪਹਿਲੀ ਕਮਜ਼ੋਰੀ। ਦੂਸਰੀ, ਗੁਰਬਾਣੀ ਦੇ ਅਰਥ ਸਿੱਖਣੇ, ਰਮਜ਼ਾਂ ਸਿੱਖਣੀਆਂ, ਕਹਾਵਤਾਂ ਸਿੱਖਣੀਆਂ, ਇਹਦੇ ਲਈ ਟਾਈਮ ਕੱਢਣਾ, ਆਪਾ ਵਾਰਨਾ, ਜੇ ਕੋਈ ਕਰਦਾ ਹੈ ਕਾਰਜ ਉਹਨੂੰ ਸਪੋਰਟ ਦੇਣੀ, ਇਹ ਕਮਜ਼ੋਰੀ ਰਹੀ। ਆਖੋ ਵਾਹਿਗੁਰੂ। ਇਹਨਾਂ ਕਮਜ਼ੋਰੀਆਂ ਕਰਕੇ ਸਾਨੂੰ ਸਿੱਖ ਸਮਾਜ ਦੀ ਸਿਰਜਣਾ, ਸਾਡੇ ਘਰ ਦਾ ਮਾਹੌਲ ਗੁਰਮਤ ਗੁਰਬਾਣੀ ਵਾਲਾ, ਉਹਦੇ ਲਈ ਇੱਕੋ ਇੱਕ ਤਰੀਕਾ ਗੁਰੂ ਦੀ ਬਾਣੀ ਨੂੰ ਸਿੱਖਣਾ, ਅਰਥਾਂ ਨੂੰ ਸਮਝਣਾ, ਗੁਰੂ ਦੇ ਉਪਦੇਸ਼ ਨੂੰ ਸਮਝਣਾ, ਇਹ ਗੁਰੂ ਦਾ ਸੰਗ ਕਰਨਾ ਹੈ। ਇਹਦੇ ਨਾਲ ਬੁਰੀਆਂ ਆਦਤਾਂ ਮੈਨੇਜ ਹੁੰਦੀਆਂ ਨੇ। ਆਖੋ ਵਾਹਿਗੁਰੂ। ਕਰ ਕਿਰਪਾ ਮੋਹਿ ਸਾਰੰਗ ਪਾਣ, ਅਰਦਾਸ ਕੀਤੀ ਵਾਹਿਗੁਰੂ ਜੀ ਸਾਰੰਗ ਪਾਣ। ਸਾਰੰਗ ਪਾਣ ਦੇ ਜੇ ਅੱਖਰੀ ਅਰਥ ਕਰਨੇ ਹੋਣ ਤਾਂ ਜਿਹਦੇ ਹੱਥ ਵਿੱਚ ਤੀਰ ਕਮਾਨ ਹੁੰਦਾ ਹੈ, ਧਨੁਖ ਧਾਰੀ ਕਹਿੰਦੇ ਨੇ। ਹੁਣ ਰੱਬ ਦੇ ਹੱਥ ਵਿੱਚ ਤੀਰ ਕਮਾਨ ਕਿਹੜਾ ਹੈ? ਨੋਟ ਕਰਿਓ। ਰੱਬ ਦੇ ਤੀਰ ਇੱਕ ਤਾਂ ਰੱਬ ਦਾ ਗਿਆਨ ਹੈ, ਸਿੱਖਿਆਵਾਂ ਮਨ ਨੂੰ ਹਲੂਣ ਕੇ ਰੱਖ ਦਿੰਦੀਆਂ ਨੇ, ਮੱਤ ਨੂੰ ਹਲੂਣਦੀਆਂ ਨੇ, ਇਹ ਤੀਰ ਹੈ। ਦੂਸਰਾ, ਰੱਬ ਦੁੱਖਾਂ ਤੇ ਸੁੱਖਾਂ ਦੇ ਤੀਰ ਮਾਰ ਕੇ ਸਮਝਾਉਂਦਾ, ਵਰਤਾਰਿਆਂ ਦੇ ਤੀਰ ਮਾਰ ਕੇ ਸਮਝਾਉਂਦਾ। ਇਸ ਲਈ ਇਹ ਧਨੁਖਧਾਰੀ ਵਾਹਿਗੁਰੂ ਜੀ ਮੇਰੇ ਤੇ ਕਿਰਪਾ ਕਰੋ। ਮੰਗਿਆ ਕਿ ਸੰਤਨ ਧੂਰ ਸਰਬ ਨਿਧਾਨ, ਜਿਹੜੇ ਗੁਰਸਿੱਖ ਪਿਆਰੇ ਰੱਬੀ ਮਾਰਗ ਤੇ ਤੁਰਦੇ ਨੇ, ਗੁਰੂ ਦੇ ਮਾਰਗ ਤੇ ਤੁਰਦੇ ਨੇ, ਪਰਉਪਕਾਰ ਦੇ ਮਾਰਗ ਤੇ ਤੁਰਦੇ ਨੇ, ਉਹਨਾਂ ਦੇ ਗੁਣ ਤੇ ਚੰਗੇ ਕੰਮਾਂ ਦਾ ਪ੍ਰਭਾਵ ਮੇਰੇ ਤੇ ਪੈ ਜਾਵੇ, ਮੇਰੇ ਅੰਦਰ ਵੀ ਉਹ ਗੁਣ ਆ ਜਾਣ, ਮੈਂ ਵੀ ਉਹਨਾਂ ਵਾਂਗੂ ਇਸ ਮਿਸ਼ਨ ਤੇ ਤੁਰਾਂ, ਮੈਂ ਵੀ ਪਰਉਪਕਾਰ ਕਰਾਂ। ਇਹ ਧੂੜੀ ਦੇ ਦਿਓ, ਇਹੀ ਮੇਰੇ ਲਈ ਸਭ ਤੋਂ ਵੱਡਾ ਖਜ਼ਾਨਾ ਹੈ। ਆ ਮੰਗਿਆ। ਸਾਬਤ ਪੂੰਜੀ ਸਤਿਗੁਰ ਸੰਗ। ਫਿਰ ਇਹ ਜਿਹੜੀ ਅੰਦਰ ਪੂੰਜੀ ਹੈ ਨਾ, ਜਿਹੜੀ ਮੰਗਦੇ ਹਾਂ ਅਸੀਂ ਗੁਰੂ ਤੋਂ, ਇਹ ਤਾਂ ਅੰਦਰ ਕਾਇਮ ਰਹਿ ਸਕੇਗੀ ਜੇ ਗੁਰੂ ਦੀ ਆਵਾਜ਼ ਦਾ ਸੰਗ ਕਰਾਂਗੇ। ਗੁਰੂ ਸਾਹਿਬ ਕਹਿ ਕੀ ਰਹੇ ਨੇ? ਸਤਿਗੁਰ ਸਰੂਪ ਜੋ ਸੱਚਾ ਗਿਆਨ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਜੋ ਗੁਰੂ ਸਾਹਿਬ ਦਾ ਸਤਿਗੁਰ ਸਰੂਪ ਹੈ ਗੁਰੂ ਗ੍ਰੰਥ ਸਾਹਿਬ ਜੀ ਦੇ ਅੰਦਰ, ਉਹਦਾ ਸੰਗ ਭਾਵ ਮੰਨਾਂਗੇ। ਮੰਨਣ ਦੇ ਨਾਲ ਹੀ ਇਹ ਗੁਣਾਂ ਦੀ ਪੂੰਜੀ ਅੰਦਰੋਂ ਸਾਬਤ ਰਹੇਗੀ, ਸੰਭਾਲੀ ਰਹੇਗੀ। ਨਾਨਕ ਜਾਗੈ ਪਰ ਬ੍ਰਹਮ ਕੈ ਰੰਗ। ਰੱਬ ਦੇ ਨਾਲ ਗੂੜਾ ਪਿਆਰ ਹੋਵੇ, ਰੱਬ ਦੀ ਪ੍ਰੀਤ ਦੇ ਵਿੱਚੋਂ ਰੱਬੀ ਗਿਆਨ ਮੰਨਣ ਦੀ ਭਾਵਨਾ, ਇਹਦੇ ਨਾਲ ਜਿਹੜੀ ਅੰਦਰਲੀ ਗਫਲਤਾ ਦੀ ਨੀਂਦ ਹੈ ਦੂਰ ਹੋਏਗੀ, ਅੰਦਰੋਂ ਮਨ ਜਾਗੇਗਾ, ਮਤ ਜਾਗੇਗੀ, ਅੰਦਰ ਸੁਚੇਤਤਾ ਆਏਗੀ। ਸੋ ਜਾਗੈ ਜਿਸ ਪ੍ਰਭ ਕਿਰਪਾਲ। ਫਿਰ ਇਹ ਨਹੀਂ ਸੋਚਣਾ ਕਿ ਮੇਰੇ ਯਤਨਾਂ ਨਾਲ ਹੋਇਆ, ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਹੋਇਆ। ਵਾਹਿਗੁਰੂ ਜੀ ਬਖਸ਼ਿਸ਼ ਦਿੰਦੇ ਨੇ, ਮਨ ਜਾਗਦਾ ਹੈ। ਜਿਹੜੇ ਤੁਰਦੇ ਨੇ ਉਹਨਾਂ ਕੋਲ ਬਖਸ਼ਿਸ਼ ਹੈ, ਜੇ ਨਹੀਂ ਤੁਰਦਾ ਤੇ ਅਸੀਂ ਬਖਸ਼ਿਸ਼ ਮੰਗਣੀ ਹੈ। ਵਾਹਿਗੁਰੂ ਜੀ ਦੀ ਜਦੋਂ ਬਖਸ਼ਿਸ਼ ਮਿਲਦੀ ਨਾ, ਇਹ ਪੂੰਜੀ ਸਾਬਤ ਧਨ ਮਾਲ ਰਹਾਉ ਦੂਜਾ, ਇਹ ਦੂਸਰਾ ਰਹਾਉ ਹੈ। ਪਹਿਲੇ ਰਹਾਉ ਵਿੱਚ ਕਿਹਾ ਸੀ ਸਾਬਤ ਵਸਤ ਕਿਵੇਂ ਆਪਣੀ ਲਹੇ, ਦੂਜੇ ਦੇ ਵਿੱਚ ਕਿਹਾ ਵਾਹਿਗੁਰੂ ਜੀ ਦੀ ਬਖਸ਼ਿਸ਼ ਦੇ ਪਾਤਰ ਬਣ ਕੇ। ਇਹ ਫਿਰ ਜਿਹੜਾ ਅੰਦਰਲਾ ਧਨ ਹੈ ਨਾ, ਅੰਦਰਲਾ ਖਜ਼ਾਨਾ ਗੁਣਾਂ ਦਾ, ਬਿਰਤੀ, ਲਗਨ, ਜਜ਼ਬਾ, ਜਨੂਨ, ਲਿਵ, ਗੁਣ, ਇਹ ਫਿਰ ਵਾਹਿਗੁਰੂ ਜੀ ਦੀ ਬਖਸ਼ਿਸ਼ ਨਾਲ ਅੰਦਰ ਸੰਭਾਲੇ ਜਾਂਦੇ ਨੇ। ਦੂਸਰਾ ਰਹਾਉ ਹੈ ਗੌੜੀ ਗੁਆਰੇ ਰੀ ਮਹੱਲਾ ਪੰਜਵਾਂ। ਅਗਲਾ ਸ਼ਬਦ ਗੌੜੀ ਰਾਗ ਵਿੱਚ ਗੁਆਰੇ ਦੀ ਕਿਸਮ ਹੈ, ਗੌੜੀ ਦੀ 90ਵਾਂ ਸ਼ਬਦ ਹੈ, 90th। ਪੰਜਵੇਂ ਪਾਤਸ਼ਾਹ ਗੁਰੂ ਅਰਜਨ ਦੇਵ ਸਾਹਿਬ ਜੀ ਮਹਾਰਾਜ ਜੀ ਦਾ 21ਵਾਂ ਸ਼ਬਦ ਸ਼ੁਰੂ ਹੋ ਰਿਹਾ। ਜਾ ਕੈਵਸ ਖਾਨ ਸੁਲਤਾਨ, ਜਿਸ ਵਾਹਿਗੁਰੂ ਜੀ ਨੇ ਐਸਾ ਨਿਜ਼ਮ ਬਣਾਇਆ, ਜਿਨਨੇ ਰਾਜੇ ਮਹਾਰਾਜੇ ਸੁਲਤਾਨ ਖਾਨ ਵੱਡੇ ਵੱਡੇ ਅਮੀਰ ਆਦਿਕ ਸਾਰੇ ਵਾਹਿਗੁਰੂ ਜੀ ਦੇ ਨਿਜ਼ਮ ਵਿੱਚ ਨੇ, ਉਹਦੇ ਨਿਜ਼ਮ ਦੇ ਵਸ ਵਿੱਚ ਨੇ। ਜਾ ਕੈ ਵਸ ਹੈ ਸਗਲ ਜਹਾਨ, ਸਾਰਾ ਜਹਾਨ, ਹਰ ਵਰਤਾਰਾ ਰੱਬ ਦੇ ਨਿਜ਼ਮ ਵਿੱਚ ਚੱਲ ਰਿਹਾ। ਜਾ ਕਾ ਕੀਆ ਸਭ ਕੁਛ ਹੋਏ, ਉਸਦੇ ਨਿਜ਼ਮ ਅਨੁਸਾਰ ਹੀ ਸਭ ਕੁਛ ਵਾਪਰਦਾ ਹੈ। ਨਿਜ਼ਮ ਦੇ ਲਈ ਦੋ ਰਾਹ ਨੇ, ਇੱਕ ਲਿਵ ਦੇ ਰਾਹ ਤੇ ਤੁਰਨਾ, ਇੱਕ ਧਾਤ ਦੇ ਰਾਹ ਤੇ ਤੁਰਨਾ। ਇੱਕ ਮਟੀਰੀਅਲਿਸਟਿਕ ਥਾਟ, ਇੱਕ ਸਪਿਰਿਚੁਅਲਿਜ਼ਮ ਥਾਟ।
ਇੱਕ ਚੰਗਿਆਈਆਂ ਵੱਲ, ਇੱਕ ਬੁਰਾਈਆਂ ਵੱਲ। ਸਭ ਕੁਝ ਤੇ ਵਾਹਿਗੁਰੂ ਜੀ ਦਾ ਨਿਯਮ ਚੱਲਣਾ ਹੈ। ਇੱਕ ਨੂੰ ਭਟਕਣਾ, ਇੱਕ ਨੂੰ ਬਖਸ਼ਿਸ਼। ਇਸ ਤੇ ਬਾਹਰ ਨਾ ਹੀ ਕੋਈ, ਉਹਦੇ ਨਿਯਮ ਤੋਂ ਬਾਹਰ ਕੋਈ ਨਹੀਂ ਜਾ ਸਕਦਾ। ਉਹਦਾ ਨਿਯਮ ਹਰ ਇੱਕ ਤੇ ਲਾਗੂ ਹੁੰਦਾ ਹੈ। ਕਹੋ ਬੇਨੰਤੀ ਆਪਣੇ ਸਤਿਗੁਰ ਪਾਹੇ। ਗੁਰੂ ਗ੍ਰੰਥ ਸਾਹਿਬ ਜੀ ਦੇ ਕੋਲ ਜਾ ਕੇ ਗੁਰੂ ਸਾਹਿਬ ਦੀ ਬਾਣੀ ਦੇ ਅੰਦਰ ਜੋ ਸੱਚਾ ਗਿਆਨ ਹੈ, ਜੋ ਸਤਿਗੁਰ ਸਰੂਪ ਹੈ, ਉਸ ਅੱਗੇ ਬੇਨਤੀ ਕਰ। ਸੱਚਾ ਗਿਆਨ ਰੱਬ ਦਾ ਰੂਪ ਹੈ। ਰੱਬ ਖੁਦ ਸੱਚਾ ਗਿਆਨ ਹੈ। ਸੱਚਾ ਗਿਆਨ ਗੁਰੂ ਦਾ ਵੀ ਰੂਪ ਹੈ, ਗੁਰੂ ਦਾ ਸਤਿਗੁਰ ਸਰੂਪ ਹੈ। ਬੇਨਤੀ ਕੀ ਕਰਨੀ ਹੈ? ਕਾਜ ਤੁਮਾਰੇ ਦੇਹ ਨਿਵਾਹੇ ਰਹਾਓ। ਜੀਵਨ ਸਫਲ ਕਰਨ ਦਾ ਕਾਰਜ ਨਿਭਾ ਦਿਓ ਵਾਹਿਗੁਰੂ ਜੀ। ਗੁਰੂ ਦੇ ਮਿਸ਼ਨ ਤੇ ਤੁਰਨ ਦਾ ਕਾਰਜ, ਰੱਬ ਦੇ ਮਿਸ਼ਨ ਤੇ ਤੁਰਨ ਦਾ ਕਾਰਜ ਨਿਭ ਜਾਵੇ। ਸਭ ਤੇ ਉੱਚ ਜਾ ਕਾ ਦਰਬਾਰ, ਸਭ ਤੇ ਉੱਚ ਜਾ ਕਾ ਦਰਬਾਰ। ਜਿਸ ਵਾਹਿਗੁਰੂ ਜੀ ਦਾ ਦਰਬਾਰ ਸਭ ਤੋਂ ਉੱਚਾ ਹੈ, ਜਿਸ ਵਾਹਿਗੁਰੂ ਜੀ ਦਾ ਨਿਯਮ ਸਭ ਤੇ ਚੱਲਦਾ ਹੈ। ਸਗਲ ਭਗਤ ਜਾ ਕਾ ਨਾਮ ਆਧਾਰ। ਸਾਰੇ ਭਗਤ ਉਹਦੇ ਨਾਮ ਦਾ ਓਟ ਆਸਰਾ ਲੈਂਦੇ ਨੇ, ਗਿਆਨ ਰੂਪੀ ਨਾਮ ਉਪਦੇਸ਼ ਨੂੰ ਮੰਨਦੇ ਨੇ, ਉਹੀ ਭਗਤ ਕਹਿਲਾਉਂਦੇ ਨੇ। ਗਿਆਨ ਰੂਪੀ ਨਾਮ ਨੂੰ ਅਹਿਸਾਸ ਦੇ ਤਲ ਤੇ, ਮਹਿਸੂਸ ਕਰਨ ਦੇ ਤਲ ਤੇ, ਰੱਬ ਦੀ ਯਾਦ ਦੇ ਮਿੱਠੀ ਮਿੱਠੀ ਯਾਦ ਦੇ ਮਿੱਠੇ ਮਿੱਠੇ ਸਿਮਰਨ ਰਸ ਵਿੱਚ ਭੈ ਭਾਵਨੀ ਵਿੱਚ ਜਿਉਂਦੇ ਨੇ। ਸਰਬ ਵਿਆਪਤ ਪੂਰਨ ਧਨੀ। ਵਾਹਿਗੁਰੂ ਜੀ ਗੁਣਾਂ ਦੇ ਬੇਅੰਤ ਖਜ਼ਾਨੇ ਨੇ। ਜਿਹੜਾ ਉਹਨਾਂ ਨਾਲ ਜੁੜਦਾ ਹੈ, ਉਹਨੂੰ ਗੁਣਾਂ ਨਾਲ ਅਮੀਰ ਕਰ ਦਿੰਦੇ ਨੇ। ਵਾਹਿਗੁਰੂ ਜੀ ਬਖਸ਼ਿਸ਼ ਦੇ ਖਜ਼ਾਨੇ ਨੇ। ਬਖਸ਼ਿਸ਼ ਦੇ ਕੇ ਅੰਦਰੋਂ ਅਮੀਰ ਕਰ ਦਿੰਦੇ ਨੇ। ਹਰ ਥਾਂ ਤੇ ਵਿਆਪਤ ਨੇ ਵਾਹਿਗੁਰੂ ਜੀ। ਸੱਚਾ ਗਿਆਨ ਬਣ ਕੇ ਹਰ ਥਾਂ ਤੇ, ਨਿਯਮ ਬਣ ਕੇ ਹਰ ਥਾਂ ਤੇ, ਹਰ ਵਰਤਾਰੇ ਵਿੱਚ ਉਹਦੀਆਂ ਝਲਕਾਂ ਨੇ। ਜਾ ਕੀ ਸ਼ੋਭਾ ਘਟ ਘਟ ਬਣੀ। ਵਾਹਿਗੁਰੂ ਜੀ ਦੀ ਵਡਿਆਈ, ਵਾਹਿਗੁਰੂ ਜੀ ਦੀ ਜੋਤ ਹਰ ਹਿਰਦੇ ਵਿੱਚ, ਹਰ ਘਰ ਵਿੱਚ ਹੈ, ਹਰ ਸਰੀਰ ਵਿੱਚ ਹੈ। ਹਰ ਸਰੀਰ ਵਿੱਚ ਉਹ ਸੱਚਾ ਗਿਆਨ ਬਣ ਕੇ ਬੈਠਾ ਹੈ। ਹਰ ਸਰੀਰ ਵਿੱਚ ਉਹਦਾ ਨਿਯਮ ਚੱਲਦਾ ਪਿਆ। ਹਰ ਸਰੀਰ ਵਿੱਚ ਉਹਦੀ ਜੋਤ ਸ਼ਕਤੀ ਬਣ ਕੇ ਬੈਠੀ ਹੈ। ਜਿਸ ਸਿਮਰਤ ਦੁੱਖ ਡੇਰਾ ਢਾਹੈ। ਦੁੱਖ ਸਰੀਰ ਨੂੰ ਲੱਗਦੇ ਨੇ, ਪੀੜਾ ਦਰਦ ਅੰਦਰ ਹੁੰਦਾ ਹੈ, ਉਹ ਡੇਰਾ ਹੈ। ਜਿਹੜਾ ਮਜ਼ਬੂਤ ਹੁੰਦਾ ਹੈ, ਵੱਡੇ ਦੁੱਖ ਵਿੱਚ ਵੀ ਅੰਦਰੋਂ ਦੁਖੀ ਨਹੀਂ ਹੁੰਦਾ। ਉਹਨੇ ਅੰਦਰਲਾ ਡੇਰਾ ਢਾ ਦਿੱਤਾ ਹੈ। ਖੇਤਾਂ ਵਿੱਚ ਕੰਮ ਕਰਨ ਵਾਲਾ ਬਜ਼ੁਰਗ ਦਾਤੀ ਲੱਗ ਜਾਂਦੀ ਸੀ, ਉਹ ਮਿੱਟੀ ਲਾ ਲੈਂਦਾ ਸੀ। ਇੱਕ ਆਮ ਮਨੁੱਖ ਜਿਹੜਾ ਸੋਹਲ ਜਾਂ ਨਾਜ਼ੁਕ ਜਾਂ ਜਿਉਂਦਾ ਹੈ, ਉਹਦੇ ਛੋਟਾ ਜਿਹਾ ਕੰਡਾ ਵੱਜਦਾ, ਚੀਕਾਂ ਮਾਰਦਾ ਹੈ। ਬਜ਼ੁਰਗ ਕਹਿੰਦਾ ਕੁਛ ਵੀ ਨਹੀਂ ਹੋਇਆ, ਤੇਰੇ ਕੰਡੇ ਨਾਲ ਰੋਂਦਾ ਪਿਆ, ਦੇਖੇ ਮੇਰੇ ਦਾਤੀ ਲੱਗੀ। ਇਹਦਾ ਮਤਲਬ ਉਹਦੇ ਅੰਦਰ ਮਹਿਸੂਸ ਕਰਨ ਵਾਲਾ, ਦੁੱਖਾਂ ਨੂੰ ਮਹਿਸੂਸ ਕਰਨ ਵਾਲਾ ਡੇਰਾ ਬਣਿਆ ਹੋਇਆ। ਇੱਕ ਦੁੱਖਾਂ ਨੂੰ ਦੁੱਖ ਹੀ ਨਹੀਂ ਸਮਝਦਾ। ਜੋ ਨਰ ਦੁੱਖ ਮੈਂ ਦੁੱਖ ਨਹੀਂ ਮਾਨਾ, ਦੁੱਖ ਸਨੇਹਰ ਪੈ ਨਹੀਂ ਜਾ ਕੇ ਕੰਚਨ ਮਾਟੀ ਮਾਨਾ। ਭਾਈ ਮਤੀ ਦਾਸ ਦਾ ਤਾਨਾਰੇ ਨਾਲ ਚੀਰਿਆ ਜਾ ਰਿਹਾ। ਜਿੱਥੇ ਦੁੱਖ ਮਹਿਸੂਸ ਹੋਣਾ ਸੀ, ਉੱਥੇ ਪਤਾ ਕੀ ਹੈ? ਉੱਥੇ ਮਹਿਸੂਸ ਹੈ, ਇਹ ਆ ਰਿਹਾ, ਜਰਾ ਸੰਭਲ ਕੇ ਚੱਲੀ, ਤੇਰਾ ਮੇਰਾ ਇਤਿਹਾਸ ਬਣਨਾ ਹੈ। ਆਖੋ ਵਾਹਿਗੁਰੂ। ਜਦੋਂ ਕੋਈ ਰੱਬੀ ਮਿਸ਼ਨ ਤੇ, ਪਰਉਪਕਾਰ ਦੇ ਮਿਸ਼ਨ ਤੇ ਤੁਰਦਾ, ਜ਼ਿੰਦਗੀ 'ਚ ਦੁੱਖ ਆਉਂਦੇ ਨੇ ਨਾ, ਉਹ ਜਿੱਥੇ ਮਹਿਸੂਸ ਹੋਣਾ, ਉੱਥੇ ਪਤਾ ਕੀ ਮਹਿਸੂਸ ਹੋ ਰਿਹਾ? ਦੁੱਖ ਨਹੀਂ ਹੈ। ਇਹਨਾਂ ਮੈਨੂੰ ਸਿਦਕ ਦੇਣਾ ਹੈ। ਇਹਨਾਂ ਦੁੱਖਾਂ ਨੇ ਮੈਨੂੰ ਅੰਦਰੋਂ ਮਜ਼ਬੂਤ ਕਰਨਾ ਹੈ। ਇਹ ਹਿਸਟਰੀ ਬਣਨੀ ਹੈ, ਇਹ ਕੁਰਬਾਨੀ ਬਣਨਾ ਹੈ ਨੇ। ਵਾਹਿਗੁਰੂ ਜੀ ਦੀ ਬਖਸ਼ਿਸ਼ ਲੈਣ ਦਾ ਇੱਕ ਚਾਂਸ ਮਿਲਿਆ। ਆਖੋ ਵਾਹਿਗੁਰੂ। ਜਿਹੜੇ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ, ਪੈ ਭਾਵਨੀ, ਸ਼ੁਕਰਾਨੇ ਵਿੱਚ ਜਿਉਂਦੇ ਨੇ ਨਾ, ਉਹ ਜਿੱਥੇ ਮਹਿਸੂਸ ਕਰਨਾ ਹੈ, ਉੱਥੇ ਸੋਝੀ ਨਜ਼ਰੀਆ ਬਦਲ ਜਾਂਦਾ ਹੈ। ਦੁੱਖ ਨਹੀਂ ਹੈ, ਇਹ ਦਾਤ ਹੈ। ਦੁੱਖ ਨਹੀਂ ਹੈ, ਇਹ ਦਾਰੂ ਹੈ। ਪੜ੍ਹਦਾ ਤਾਂ ਹਰ ਕੋਈ ਹੈ, ਉਹ ਜਿਉਂ ਜਾਂਦੇ ਨੇ। ਆਖੋ ਵਾਹਿਗੁਰੂ। ਜਿਸ ਸਿਮਰਤ ਜਮ ਕਿਛੂ ਨਾ ਕਹੈ। ਜੋ ਵਾਹਿਗੁਰੂ ਜੀ ਦੀ ਯਾਦ, ਸਿਮਰਨ ਰਸ ਵਿੱਚ ਜਿਉਂਦੇ ਨੇ, ਬੇਕਾਰਾਂ ਰੂਪੀ ਜਮ ਫਿਰ ਉਹਨਾਂ ਨੂੰ ਆਉਂਦੇ ਨਹੀਂ, ਉਲਝਾਉਂਦੇ ਨਹੀਂ। ਜਿਸ ਸਿਮਰਤ ਹੋਤ ਸੁਕੇ ਹਰੇ। ਜਿਹੜੇ ਵਾਹਿਗੁਰੂ ਜੀ ਦੇ ਸਿਮਰਨ ਰਸ ਵਿੱਚ
ਮਿੱਠੀ ਮਿੱਠੀ ਯਾਦ ਦੇ ਰਸ ਵਿੱਚ ਜਿਉਂਦੇ ਨੇ। ਉਹਨਾਂ ਦੇ ਸੁੱਕੇ ਹੋਏ ਸੁਭਾਅ ਹਰੇ ਹੋ ਜਾਂਦੇ ਨੇ, ਸੁੱਕੀ ਹੋਈ ਸੋਚ ਹਰੀ ਹੋ ਜਾਂਦੀ ਹੈ। ਸੁੱਕੇ ਹੋਏ ਟੁੱਟੇ ਜੇ ਖਿਆਲ ਅੰਦਰ ਹਰੇ ਭਰੇ ਚੰਗੇ ਖਿਆਲ ਪੈਦਾ ਹੋ ਜਾਂਦੇ ਨੇ। ਉਹਨਾਂ ਦਾ ਸੁੱਕਿਆ ਜਿਹਾ ਜਜ਼ਬਾ ਜਿਹੜਾ ਦੁਨੀਆ ਵਾਲੇ ਪਾਸੇ ਲੱਗਦਾ ਸੀ, ਉਹ ਗੁਰੂ ਦੇ ਮਿਸ਼ਨ ਵਾਲੇ ਪਾਸੇ ਲੱਗਦਾ ਹੈ। ਵਾਹਿਗੁਰੂ ਜਿਸ ਸਿਮਰਤ ਡੂਬਤ ਪਾਹਨ ਤਰੇ, ਜਿਸ ਵਾਹਿਗੁਰੂ ਜੀ ਦੀ ਮਿੱਠੀ ਮਿੱਠੀ ਯਾਦ ਸਿਮਰਨ ਦੇ ਰਸ ਵਿੱਚ ਇਹ ਮਨ ਜਿਹੜਾ ਡੁੱਬਦਾ ਸੀ ਨਾ ਬੁਰੀਆਂ ਆਦਤਾਂ ਵਿੱਚ, ਇਹ ਤਰਨ ਲੱਗ ਜਾਂਦਾ ਹੈ। ਇਹ ਪੱਥਰ ਬਣਿਆ ਹੋਇਆ ਸੀ, ਪਿਘਲ ਜਾਂਦਾ। ਆਖੋ ਵਾਹਿਗੁਰੂ। ਪੱਥਰ ਸੀ, ਗੁਰੂ ਦੇ ਉਪਦੇਸ਼ ਦਾ ਅਸਰ ਨਹੀਂ ਸੀ ਹੁੰਦਾ, ਪਿਘਲ ਗਿਆ, ਤਰ ਗਿਆ, ਗੁਰੂ ਦੇ ਉਪਦੇਸ਼ ਮੰਨਣ ਤੁਰ ਪਿਆ। ਆਖੋ ਵਾਹਿਗੁਰੂ। ਸੰਤ ਸਭਾ ਕੋ ਸਦਾ ਜੈਕਾਰ। ਇਸ ਲਈ ਗੁਰਸਿੱਖ ਪਿਆਰਿਆਂ ਦੀ ਸਭਾ ਜਿੱਥੇ ਬੈਠਦੇ ਨੇ, ਜਿੱਥੇ ਗੁਰੂ ਕੇ ਪਿਆਰੇ ਵਿਚਾਰਾਂ ਕਰਦੇ ਨੇ, ਜੈਕਾਰ ਉਹਨੂੰ ਕੁਰਬਾਨ ਹੋਣਾ, ਸਿੱਖਣ ਦੀ ਭਾਵਨਾ ਨਾਲ, ਪਿਆਰ ਸਤਿਕਾਰ ਦੀ ਭਾਵਨਾ ਨਾਲ ਬੈਠਣਾ। ਗੁਰੂ ਦੀ ਸੰਗਤ ਸੰਤ ਸਭਾ ਹੈ, ਇੱਕ ਤੇ ਪੂਰੇ ਪਿਆਰ ਅਦਬ ਵਿੱਚ, ਸਤਿਕਾਰ ਭਾਵਨਾ ਵਿੱਚ, ਸਿੱਖਣ ਦੀ ਭਾਵਨਾ ਨਾਲ, ਕਿਉਂਕਿ ਇਸੇ ਵਿੱਚੋਂ ਜੈ ਜੈਕਾਰ ਨਿਕਲਣੀ ਹੈ। ਹਰ ਹਰ ਨਾਮ ਜਨ ਪ੍ਰਾਨ ਆਧਾਰ। ਜਿਹੜੇ ਸੇਵਕ ਨੇ ਵਾਹਿਗੁਰੂ ਜੀ ਦੇ, ਉਹਨਾਂ ਨੂੰ ਵਾਹਿਗੁਰੂ ਜੀ ਦਾ ਗਿਆਨ ਰੂਪੀ ਨਾਮ ਤੇ ਧਿਆਨ ਰੂਪੀ ਨਾਮ ਹੀ ਆਧਾਰ ਆਸਰਾ ਬਣ ਜਾਂਦਾ ਹੈ। ਉਹਨਾਂ ਨੂੰ ਪਤਾ ਹੈ ਇਹੀ ਮੇਰੇ ਪ੍ਰਾਣ ਨੇ, ਇਹੀ ਮੇਰੀ ਜਿੰਦ ਜਾਨ ਹੈ। ਕਹੋ ਨਾਨਕ ਮੇਰੀ ਸੁਣੀ ਅਰਦਾਸ। ਜਦੋਂ ਵਾਹਿਗੁਰੂ ਜੀ ਅਰਦਾਸ ਸੁਣਦੇ ਨੇ, ਵਾਹਿਗੁਰੂ ਜੀ ਬਖਸ਼ਿਸ਼ ਕਰਦੇ ਨੇ। ਸੰਤ ਪ੍ਰਸਾਦ ਮੋਕੋ ਨਾਮ ਨਿਵਾਸ। ਸੰਤ ਦੀ ਕਿਰਪਾ, ਗੁਰੂ ਦੀ ਕਿਰਪਾ, ਫਿਰ ਗੁਰੂ ਸਾਹਿਬ ਦੀ ਬਖਸ਼ਿਸ਼ ਮਿਲਦੀ ਹੈ। ਗੁਰੂ ਸਾਹਿਬ ਤੋਂ ਮਿਲਿਆ ਹੋਇਆ ਗਿਆਨ ਰੂਪੀ ਨਾਮ ਮੰਨਣ ਦੀ ਭਾਵਨਾ ਵਿੱਚ ਮਨ ਉਸ ਵਿੱਚ ਨਿਵਾਸ ਕਰਦਾ ਹੈ। ਪ੍ਰੈਕਟੀਕਲ ਉਸ ਨੂੰ ਜਿਉਣ ਦੀ ਜੁਗਤ ਮਿਲ ਜਾਂਦੀ ਹੈ। ਸਤਿਗੁਰੂ ਕਿਰਪਾ ਕਰਨ, ਸਾਨੂੰ ਸਾਰਿਆਂ ਨੂੰ ਇਹ ਦਾਤ ਪ੍ਰਾਪਤ ਹੋਵੇ। ਕੋਸ਼ਿਸ਼ ਕਰਨੀ ਹਰ ਘਰ ਵਿੱਚ ਇਹ ਸੰਦੇਸ਼ ਪਹੁੰਚਾਉਣਾ। ਹਰ ਗੁਰੂ ਕਾ ਗੁਰਸਿੱਖ ਅਰਥਾਂ ਸਮੇਤ ਸਹਿਜ ਪਾਠ ਕਰੇ, ਅਰਥਾਂ ਨੂੰ ਸਮਝੇ। ਜਿੱਥੋਂ ਵੀ ਤੁਸੀਂ ਗੁਰਬਾਣੀ ਦੇ ਅਰਥ ਸਿੱਖੋ, ਕਿਸੇ ਸਟੀਕ ਤੋਂ ਸਿੱਖੋ, ਜਾਂ ਫਿਰ ਇਸ ਵੀਡੀਓ ਤੋਂ ਸਿੱਖ ਰਹੇ ਹੋ, ਜਾਂ ਕਿਸੇ ਕਥਾ 'ਚੋਂ ਸਿੱਖੋ, ਕਿਸੇ ਵੀ ਵਿਦਵਾਨ ਮਹਾਂਪੁਰਸ਼ ਕਿਤੋਂ ਵੀ ਸਿੱਖੋ, ਫਾਈਨਲ ਵਰਜ਼ਨ ਕੋਈ ਨਹੀਂ, ਆਖਰੀ ਸੱਚ ਕੋਈ ਨਹੀਂ, ਕਿਉਂਕਿ ਬੇਅੰਤ ਦੀ ਬੇਅੰਤ ਰਚਨਾ ਹੈ। ਹਰ ਇੱਕ ਨੇ ਆਪਣੀ ਆਪਣੀ ਮੱਤ ਅਨੁਸਾਰ, ਆਪਣੀ ਆਪਣੀ ਸੋਝੀ ਅਨੁਸਾਰ ਸਿਖਾਇਆ ਹੈ, ਸਮਝਾਇਆ ਹੈ, ਵੰਡਿਆ ਹੈ। ਅਸੀਂ ਸਿੱਖਦੇ ਰਹਿਣਾ, ਸਿੱਖਦੇ ਰਹਿਣਾ। ਜੋ ਸਮਝ ਆ ਜਾਵੇ ਉਹਨੂੰ ਪ੍ਰੈਕਟੀਕਲ ਜਿਉਣਾ। ਕੋਸ਼ਿਸ਼ ਕਰਨੀ ਜਿੱਥੇ ਆਪ ਆਨੰਦ ਮਾਣਨਾ, ਉੱਥੇ ਪਰਉਪਕਾਰ ਕਰਨਾ, ਵੰਡਣਾ ਹੈ। ਆਪਣੇ ਰਿਸ਼ਤੇਦਾਰਾਂ ਨੂੰ, ਆਪਣੇ ਮਿੱਤਰਾਂ ਦੋਸਤਾਂ ਨੂੰ ਪ੍ਰੇਰਿਤ ਕਰਦੇ ਰਹਿਣਾ। ਕੰਟੀਨਿਊ ਪ੍ਰੋਸੈਸ ਜਾਰੀ ਰੱਖਣਾ ਹੈ। ਮਨ ਡੋਲ ਜਾਂਦਾ, ਮਨ ਆਲਸ ਕਰ ਜਾਂਦਾ, ਛੱਡ ਪਰੇ, ਚੱਲ ਰਹਿਣ ਦਿੰਦੇ ਹਾਂ, 2 ਦਿਨ ਰਹਿਣ ਦਿੰਦੇ, 4 ਦਿਨ ਰਹਿਣ ਦਿੰਦੇ। ਕੋਈ ਮਜਬੂਰੀ ਆ ਗਈ, ਕਿਸੇ ਜ਼ਰੂਰੀ ਕੰਮ ਜਾਣਾ ਪੈ ਗਿਆ, 2 ਦਿਨ ਬ੍ਰੇਕ ਹੋ ਗਈ, ਮੁੜ ਕੇ ਜੁੜਦਾ ਹੀ ਨਹੀਂ ਮਨ। ਐਸਾ ਹੈ, ਉਦਮ ਕਰਨਾ ਹੈ, ਕੰਟੀਨਿਊ ਪ੍ਰੋਸੈਸ ਕਰਨਾ ਹੈ। ਆਪਣੇ ਆਪ ਨਾਲ ਇੱਕ ਚੈਲੰਜ ਲੈਣਾ, ਜਿੱਦਾਂ ਮਰਜ਼ੀ ਹੋਵੇ ਆਪਣੇ ਗੁਰੂ ਲਈ ਘੱਟੋ ਘੱਟ 40-45 ਮਿੰਟ ਤਾਂ ਜ਼ਰੂਰ ਕੱਢੀਏ। ਇਹ ਤਾਂ ਖਜ਼ਾਨਾ ਹੀ ਐਸਾ ਪਿਆਰਿਓ, ਹਰ ਥਾਂ ਤੋਂ ਨਹੀਂ ਮਿਲ ਸਕਦਾ। ਆਖੋ ਵਾਹਿਗੁਰੂ। ਫਿਰ ਇਹ ਖਜ਼ਾਨਾ ਸਾਡੇ ਘਰ ਪਹੁੰਚ ਰਿਹਾ ਹੈ, YouTube ਰਾਹੀਂ, ਇਲੈਕਟ੍ਰੋਨਿਕ ਡਿਵਾਈਸ ਰਾਹੀਂ ਤੁਹਾਨੂੰ ਘਰ ਬੈਠਿਆਂ ਨੂੰ ਮਿਲਦੇ ਆ, ਫ੍ਰੀ ਵਿੱਚ ਮਿਲਦੇ ਆ, ਮੁਫਤ ਵਿੱਚ ਮਿਲਦੇ ਆ। ਮਨ ਨੂੰ ਸੁਚੇਤ ਕਰੀਏ, ਮਨਾ ਘਰ ਬੈਠਿਆਂ ਬਿਠਾਇਆ, ਫ੍ਰੀ ਵਿੱਚ, ਮੁਫਤ ਵਿੱਚ ਇਤਨਾ ਕਮਾਲ ਦਾ ਖਜ਼ਾਨਾ ਮਿਲਦਾ ਹੋਵੇ, ਮਨਾ ਆਲਸ ਕਿਉਂ ਕਰ ਰਹੇ ਹਾਂ? ਯਤਨ ਕਰੀਏ। ਜਿੰਨੀ ਛੋਟੀ ਉਮਰ ਤੋਂ ਅਰਥਾਂ ਸਮੇਤ ਸਹਿਜ ਪਾਠ ਸ਼ੁਰੂ ਹੋ ਜਾਏਗਾ, ਉਨੀ ਅੰਦਰ ਨੀਂਹ ਪੱਕੀ ਹੋ ਜਾਏਗੀ। ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰੇ, ਮਾਂ ਪ੍ਰੇਰਿਤ ਕਰੇ, ਪਰ ਪਹਿਲਾਂ ਮਾਂ ਦੇ ਅੰਦਰ ਜਜ਼ਬਾ ਲਬਾਲਬ ਭਰਿਆ ਹੋਵੇ, ਇੱਕ ਚਾਅ ਹੋਵੇ, ਇੱਕ ਸਿਦਕ ਹੋਵੇ, ਨਿੱਤ ਦਾ ਰੂਟੀਨ ਹੋਵੇ ਮਾਂ ਦਾ, ਉਹਦੇ ਅੰਦਰ ਤੜਫ ਹੋਵੇ ਸਿੱਖਣ ਦੀ। ਫਿਰ ਉਹ ਆਪਣੇ ਬੱਚਿਆਂ ਨੂੰ ਕਹੇਗੀ, ਉਹਦਾ ਬੜਾ ਅਸਰ ਪਏਗਾ।
ਹਰ ਬਾਪ ਆਪਣੇ ਬੱਚਿਆਂ ਨੂੰ ਪ੍ਰੇਰਿਤ ਕਰੇ ਔਰ ਬੱਚਿਆਂ ਦੇ ਪਹਿਲਾਂ ਆਪਣੇ ਅੰਦਰ ਇੱਕ ਤੜਫ ਭਰੇ, ਲਗਨ ਭਰੇ, ਜਿਹਦੇ ਅੰਦਰ ਆਪਣੇ ਅੰਦਰ ਤੜਫ ਕੁੱਟ-ਕੁੱਟ ਕੇ ਭਰੀ ਹੁੰਦੀ ਹੈ ਨਾ, ਜਜ਼ਬਾ ਕੁੱਟ-ਕੁੱਟ ਕੇ ਭਰਿਆ ਹੁੰਦਾ ਹੈ। ਉਹ ਜਦੋਂ ਬੱਚਿਆਂ ਨੂੰ ਸਮਝਾਉਂਦੇ ਸਿਖਾਉਂਦੇ ਨੇ ਨਾ, ਬਹੁਤ ਛੇਤੀ ਬੱਚੇ ਫਿਰ ਗੁਰਬਾਣੀ ਨਾਲ ਜੁੜਦੇ ਨੇ। ਟੀਨਏਜ, ਜਵਾਨੀ, ਜੇ 3 ਪੜਾਅ ਬਚਪਨ, ਟੀਨਏਜ, ਜਵਾਨੀ ਗੁਰਬਾਣੀ ਨਾਲ ਜੁੜ ਜਾਣ, ਕੌਮ ਦੀ ਚੜ੍ਹਦੀ ਕਲਾ ਦਾ ਪ੍ਰਤੀਕ ਬਣੇਗਾ। ਚੂਲ ਤੇ ਨਿਸ਼ਾਨ ਰਹੇ ਪੰਥ ਮਹਾਰਾਜ ਕੇ। ਸਾਡਾ ਸਾਰਿਆਂ ਦਾ ਫਰਜ਼ ਬਣਦਾ ਹੈ, ਅਸੀਂ ਗੁਰੂ ਵਿਰਸੇ ਦੇ ਵਾਰਸ ਹਾਂ। ਵੱਧ ਤੋਂ ਵੱਧ ਗੁਰੂ ਵਿਰਸੇ ਬਾਰੇ ਜਾਣਕਾਰੀ ਪ੍ਰਾਪਤ ਕਰੀਏ, ਹੋਰਨਾਂ ਨੂੰ ਵੰਡੀਏ। ਹਰ ਗੁਰਸਿੱਖ ਅਰਥਾਂ ਸਮੇਤ ਸਹਿਜ ਪਾਠ ਕਰੇ। ਹਰ ਰਿਸ਼ਤੇਦਾਰ, ਮਿੱਤਰ, ਦੋਸਤ ਨੂੰ ਪ੍ਰੇਰਿਤ ਕਰੀਏ। ਜਿੰਨੀ ਸਮਝ ਆਵੇ ਉਹਨੂੰ ਜ਼ਿੰਦਗੀ ਜਿਉਈਏ। ਭੁੱਲਾਂ ਚੁੱਕਾਂ ਦੀ ਖਿਮਾ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।